ਸਤਿਗੁਰ ਪੂਰਾ ਸਾਹੋ ਹੈ, ਤ੍ਰਿਪਵਨ ਜਗ ਤਿਸ ਦਾ ਵਣਜਾਰਾ। ਰਤਨ ਪਦਾਰਥ ਬੇਸ਼ੁਮਾਰ, ਭਾਉ ਭਗਤ ਲਖ ਭਰੇ ਭੰਡਾਰਾ। ਹਰ ਜਾਤ ਲਖ ਬਾਗ ਵਿੱਚ, ਕਾਮ ਧੇਨ ਦੇ ਵਗ ਹਜ਼ਾਰਾਂ। ਲਖਮੀਆਂ ਲਖ ਗੋਲੀਆਂ, ਪਾਰਸ ਦੇ ਪਰਬਤ ਅਪਾਰਾ। ਲਖ ਅੰਮ੍ਰਿਤ ਲਖ ਇੰਦਰ ਲੈ, ਹੋਏ ਸਕੇ ਛਿੜਕਣ ਦਰਬਾਰਾ। ਸੂਰਜ ਚੰਦ ਚਿਰਾਗ ਲਖ, ਰਿੱਧ ਸਿੱਧ ਨਿੱਧ ਬੋਹਲ ਅੰਬਾਰਾ। ਸਭੇ ਵੰਡ ਵੰਡ ਦਿੱਤਿਓਨ, ਭਾਉ ਭਗਤ ਕਰ ਸੱਚ ਪਿਆਰਾ। ਭਗਤ ਵਛਲ ਸਤਿਗੁਰ ਨਿਰੰਕਾਰਾ। ਭਗਤ ਵਛਲ ਸਤਿਗੁਰ ਨਿਰੰਕਾਰਾ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹਿ ਕਹਾਏ। ਗੁਰਮਤਿ ਨਾਮ ਨਿਰਮਲੋ, ਨਿਰਮਲ ਨਾਮ ਧਿਆਏ। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹਿ ਕਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ ਜੁਗ ਜੁਗ ਅਟਲ। ਦਸਾਹੀਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੀ ਕਿਰਪਾ ਨਾਲ ਸੁੰਦਰ ਦੀਵਾਨ ਸਜੇ ਹਨ। ਪੰਜ ਗੁਰਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਆਸਾ ਜੀ ਦੀ ਵਾਰ ਦਾ ਪਾਵਨ ਕੀਰਤਨ ਹੋਇਆ। ਵਡਭਾਗੀ ਗੁਰਮੁਖਾਂ ਨੇ ਸਤਿਗੁਰੂ ਗਰੀਬ ਨਿਵਾਜ ਜੀ ਦੇ ਸਫਲ ਦਰਸ਼ਨ ਕਰਦਿਆਂ ਪਾਵਨ ਗੁਰਬਾਣੀ ਨੂੰ ਗਾ ਸੁਣ ਕਰਕੇ ਭਾਰੀ ਲਾਹਾ ਪ੍ਰਾਪਤ ਕੀਤਾ ਹੈ। ਆਓ ਗੁਰੂ ਪ੍ਰੇਮੀਓ, ਹੁਣ ਕੁਝ ਸਮੇਂ ਵਾਸਤੇ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸੁਣ ਕਰਕੇ ਹੋਰ ਵੀ ਲਾਹਾ ਖਟੀਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸਲੋਕ ਜੋ ਵਾਰਾਂ ਤੋਂ ਵਧੇਕ ਹਨ, ਤਿਨਾਂ ਦੀ ਵਿਚਾਰ ਚੱਲ ਰਹੀ ਹੈ। ਅੱਜ
1424 ਅੰਗ ਦੇ ਉੱਪਰ ਇਹ ਕਥਾ ਸੁਭਾਇਮਾਨ ਹੈ। ਔਰ ਚੌਥੇ ਪਾਤਸ਼ਾਹ ਜੀ ਦਾ 5ਵਾਂ ਇਹ ਸ਼ਬਦ ਸ਼ਲੋਕ ਜੋ ਹੈ, ਇਸ ਤੋਂ ਕਥਾ ਪ੍ਰਾਰੰਭ ਹੋਵੇਗੀ। ਆਓ ਪ੍ਰੇਮੀਓ, ਪਾਵਨ ਕਥਾ ਸੁਣ ਕਰਕੇ ਲਾਹ ਖਟੀਏ। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹਿ ਕਹਾਏ। ਧੰਨ ਗੁਰੂ ਗਰੀਬ ਨਿਵਾਸ ਜੀ ਕਥਨ ਕਰਦੇ ਹਨ ਕਿ ਅੰਮ੍ਰਿਤ ਨਾਮ ਸਤਿਗੁਰਾਂ ਦੇ ਵਿੱਚ ਹੈ। ਸਤਿਗੁਰਾਂ ਦਾ ਭੰਡਾਰਾ ਹਿਰਦਾ ਅੰਮ੍ਰਿਤ ਨਾਮ ਨਾਲ ਭਰਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਤਸੰਗਤ ਤੋਂ ਇਹ ਮਿਲਦਾ ਹੈ ਪਿਆਰਿਓ, ਕਿਉਂਕਿ ਅੰਮ੍ਰਿਤ ਕਹਿ ਕਹਾਏ। ਸਤਿਗੁਰੂ ਜੀ ਅੰਮ੍ਰਿਤ ਨਾਮ ਨੂੰ ਮੁੱਖ ਤੋਂ ਕਹਿੰਦੇ ਹਨ ਤੇ ਹੋਰਨਾਂ ਤੋਂ ਕਹਾਉਂਦੇ ਹਨ। ਗੁਰਮਤਿ ਨਾਮ ਨਿਰਮਲੋ, ਨਿਰਮਲ ਨਾਮ ਧਿਆਏ। ਗੁਰੂ ਦੀ ਮੱਤ ਜਿਨ੍ਹਾਂ ਨੇ ਧਾਰਨ ਕੀਤੀ ਆ, ਗੁਰਮਤੀਆਂ ਨੇ, ਉਹ ਨਿਰਮਲ ਨਾਮ ਨੂੰ ਗੁਰੂ ਕੇ ਪਿਆਰੇ ਜਪਦੇ ਹਨ। ਉਹਨਾਂ ਨੂੰ ਇਹ ਉਜਲ ਪਵਿੱਤਰ ਨਾਮ ਪ੍ਰਾਪਤ ਹੋਇਆ ਔਰ ਇਸ ਨਾਮ ਨੂੰ ਹਿਰਦੇ ਵਿੱਚ ਧਿਆਉਂਦੇ ਹਨ। ਅੰਮ੍ਰਿਤ ਬਾਣੀ ਤਤ ਹੈ, ਗੁਰਮੁਖ ਵਸੈ ਮਨ ਆਏ। ਇਹ ਨਾਮ ਅੰਮ੍ਰਿਤ ਰੂਪ ਬਾਣੀ ਜਿਹੜੀ ਆ, ਨਾਮ ਬਾਣੀ ਰੂਪ ਇਹ ਅੰਮ੍ਰਿਤ ਹੈ। ਮੌਤ ਤੋਂ ਰਹਿਤ ਕਰ ਦੇਣ ਵਾਲੀ ਹੈ ਔਰ ਇਹ ਮੁਖੀ ਗੁਰਾਂ ਦੁਆਰਾ ਮਨ ਵਿੱਚ ਆ ਕੇ ਵਸਦੀ ਹੈ। ਇਹ ਤਤ ਹੈ, ਸਿਧਾਂਤ ਰੂਪ ਹੈ, ਅਥਵਾ ਸਿਧਾਂਤ ਰੂਪ ਜੋ ਪਰਮੇਸ਼ਰ ਹੈ ਤਿਸ ਦੀ ਇਹ ਪ੍ਰਾਪਤੀ ਕਰਾਉਣ ਵਾਲੀ ਹੈ। ਇਸ ਕਰਕੇ ਗੁਰਮੁਖ ਜੋ ਬਣਦੇ ਹਨ, ਔਗਣਾਂ ਨੂੰ ਤਿਆਗ ਕੇ ਤੇ ਸ਼ੁਭ ਗੁਣਾਂ ਨੂੰ ਧਾਰਨ ਕਰਦੇ ਹੈ। ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਆ ਕੇ ਪਰਮੇਸ਼ਰ ਵਸ ਜਾਂਦਾ ਹੈ। ਹਿਰਦੈ ਕਮਲ ਪਰਗਾਸਿਆ, ਜੋਤੀ ਜੋਤ ਮਿਲਾਏ। ਇਹਨਾਂ ਗੁਰਮੁਖਾਂ ਦਾ ਹਿਰਦਾ ਰੂਪੀ ਕਮਲ ਪ੍ਰਗਾਸਿਆ ਖਿੜਾਇਆ ਹੈ ਔਰ ਸਤਿਗੁਰੂ ਗਰੀਬ ਨਿਵਾਸ ਜੀ ਨੇ ਤਿਨਾਂ ਨੂੰ, ਗੁਰਮੁਖਾਂ ਨੂੰ, ਸੋ ਇਹ ਜੀਵ ਦੀ ਜੋ ਪਰਤਕ ਜੋਤ ਹੈ, ਇਹਨੂੰ ਅਦਵੈਤ ਆਨੰਦ ਜੋਤ ਪਰਮੇਸ਼ਰ ਵਿੱਚ ਮਿਲਾ ਦਿੱਤਾ ਹੈ, ਮਿਲਾ ਦਿੰਦੇ ਹਨ। ਨਾਨਕ ਸਤਿਗੁਰ ਮਿਲਿਓਨ, ਜਿਨ ਧੁਰ ਮਸਤਕ ਭਾਗ ਲਿਖਾਏ। ਅਜਿਹੀ ਵਡਿਆਈ ਵਾਲੇ ਸਤਿਗੁਰੂ ਗਰੀਬ ਨਿਵਾਸ ਜੀ ਤਿਨਾਂ ਨੂੰ ਮਿਲੇ ਹਨ ਜਿਨ੍ਹਾਂ ਦੇ ਧੁਰ ਤੋਂ ਹੀ ਮੱਥੇ 'ਤੇ ਪਰਮੇਸ਼ਰ ਨੇ ਇਹ ਸ਼ੁਭ ਕਰਮ ਲਿਖਦੇ ਹਨ, ਚੰਗੇ ਕਰਮ ਲਿਖਦੇ ਆ ਕਿ ਇਸ ਜਨਮ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪ੍ਰਾਪਤੀ ਹੋਵੇਗੀ ਇਹਨਾਂ ਨੂੰ। ਇਸ ਕਰਕੇ ਫਲ ਵਰਦਾਤੇ ਵਿਧਾਤੇ ਨੇ ਪਿਛਲੇ ਜਨਮਾਂ ਦੇ ਵਿੱਚ ਨਿਸ਼ਕਾਮ ਕਮਾਈ ਨੂੰ ਵੇਖ ਕਰਕੇ, ਪਿਛਲੇ ਜਨਮਾਂ ਦੀ ਨਿਸ਼ਕਾਮ ਕਮਾਈ ਨੂੰ ਤੱਕ ਕਰਕੇ ਇਹ ਜੀਵਾਂ ਦੇ ਮੱਥੇ 'ਤੇ ਸ੍ਰੇਸ਼ਟ ਕਰਮ ਲਿਖ ਦਿੱਤੇ। ਸ੍ਰੇਸ਼ਟ ਕਰਮ ਲਿਖਣ ਤੋਂ ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਪ੍ਰਾਪਤੀ ਹੋਈ। ਪਿਆਰਿਓ, ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਨ ਮਸਤਕ ਤੋਰਾ ਹਰ ਲਿਖਿਆ ਤਿਨਾ ਸਤਿਗੁਰੂ ਮਿਲਿਆ। ਰਾਮ ਰਾਜੇ ਅਗਿਆਨ ਅੰਧੇਰਾ ਕਟਿਆ, ਗੁਰ ਗਿਆਨ ਘਟ ਬਲਿਆ। ਹਰ ਲੱਦਾ ਰਤਨ ਪਦਾਰਥੋ ਫਿਰ ਬਹੁੜ ਨ ਚੱਲਿਆ। ਜਨ ਨਾਨਕ ਨਾਮ ਆਰਾਧਿਆ, ਆਰਾਧ ਹਰ ਮਿਲਿਆ। ਉਹਨਾਂ ਨੂੰ
ਵੱਡਿਆਂ ਭਾਗਾਂ ਵਾਲਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪ੍ਰਾਪਤੀ ਹੋਈ ਹੈ। ਅੰਦਰ ਤਿਸਨਾ ਆਗੇ ਹੈ, ਮਨ ਮੁਖ ਭੁੱਖ ਨਾ ਜਾਏ। ਧੰਨ ਗੁਰੂ ਗਰੀਬ ਨਿਵਾਸ ਜੀ ਨੇ ਇਹ ਸਾਰੇ ਪ੍ਰਕਰਣ ਵਿੱਚ ਜਿੱਥੇ ਗੁਰਮੁਖ ਦੀ ਵਡਿਆਈ, ਗੁਰਮੁਖ ਦੇ ਗੁਣ ਲਿਖੇ ਆ, ਨਾਲ ਨਾਲ ਹੀ ਮਨਮੁਖ ਦੀ ਤ੍ਰਿਸ਼ਨਾ ਕਿਵੇਂ ਉਹ ਜਲਦਾ ਹੈ, ਸੜਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮਨਮੁਖਾਂ ਦੇ ਅੰਦਰ ਤ੍ਰਿਸ਼ਨਾ ਰੂਪੀ ਅੱਗ ਹੈ। ਮਨਮੁਖਾਂ ਦੀ ਇਹ ਜਿਹੜੀ ਹੈ ਨਾ, ਆਸਾ ਰੂਪੀ ਭੁੱਖ ਨਹੀਂ ਜਾਂਦੀ। ਮੋਹ ਕੁਟੰਬ ਸਭ ਕੂੜ ਹੈ, ਕੂੜ ਰਹਿਆ ਲਪਟਾਏ। ਮੋਹ ਕੁਟੰਬ ਜੋ ਇਸਤਰੀ ਤੋਂ ਵਧੇ ਪਰਿਵਾਰ ਦਾ ਮੋਹ ਹੈ ਨਾ, ਇਹ ਸਾਰਾ ਝੂਠ ਹੀ ਹੈ। ਔਰ ਝੂਠੇ ਪਦਾਰਥਾਂ ਵਿੱਚ ਹੀ ਇਹ ਮਨਮੁਖ ਲਪਟਾਇਆ ਰਹਿੰਦਾ ਹੈ। ਸੋ ਇਹ ਪਦਾਰਥ ਨਾਲ ਨਹੀਂ ਜਾਣ ਲੱਗਿਆ, ਪਰ ਇਹ ਚਿੰਤਾ ਜੇ ਵੈਰ ਕਰਦਾ ਤਾਂ ਵੀ ਇਹਨਾਂ ਪਦਾਰਥਾਂ ਬਦਲੇ, ਜੇ ਮੋਹ ਕਰਦਾ ਤਾਂ ਵੀ ਇਹ ਪਦਾਰਥਾਂ ਬਦਲੇ। ਔਰ ਸਾਰੀ ਦਿਹਾੜੀ ਚਿੰਤਾ ਚਿਤ ਵੀ ਜਾਂਦਾ ਇਹਨਾਂ ਪਦਾਰਥਾਂ ਦੀ ਹੀ। ਗੁਰੂ ਕੇ ਪਿਆਰਿਓ, ਆਨੰਦਨ ਚਿੰਤਾ ਚਿੰਤਵੈ, ਚਿੰਤਾ ਬੰਧਾ ਜਾਏ। ਰਾਤ ਦਿਨ ਇਹ ਪਦਾਰਥਾਂ ਦੀ ਚਿੰਤਾ ਨੂੰ ਆਪਣੇ ਚਿੱਤ ਵਿੱਚ ਚਿਤਵਦਾ, ਚਿੰਤਾ ਦਾ ਬੱਧਾ ਹੋਇਆ ਹੀ ਇੱਥੋਂ ਕੂਚ ਕਰ ਜਾਂਦਾ ਪਰਲੋਕ ਨੂੰ। ਜੰਮਣ ਮਰਨ ਨ ਚੁੱਕਈ, ਹਉਮੈ ਕਰਮ ਕਮਾਏ। ਹਉਮੈ ਦੇ ਸਹਿਤ ਕਰਮ ਕਮਾਉਣ ਕਰਕੇ ਇਹ ਜੀਵ ਦਾ ਜੰਮਣਾ ਮਰਨਾ ਨਾ ਚੁੱਕਈ ਨਹੀਂ ਨਿਵਰਤ ਹੁੰਦਾ। ਇਹ ਕਿਉਂਕਿ ਹਉਮੈ ਜਿਹੜੀ ਆ, ਇਹ ਜੰਮਣ ਮਰਨ ਦੇਣ ਵਾਲੀ ਆ। ਇਸ ਕਰਕੇ ਜਿੰਨੇ ਵੀ ਇਹ ਜਨਮ ਆ ਨਾ, ਜੀਵ ਹਉਮੈ ਦੇ ਸਹਿਤ ਹੋਣ ਕਰਕੇ ਤਾਰਦਾ ਹੈ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਹਉਮੈ ਕਰਮ ਕਮਾਏ, ਜੰਮਣ ਮਰਨ ਨਾ ਚੁੱਕਈ। ਹਉਮੈ ਹੰਗਤਾ ਦੇ ਸਹਿਤ ਕਰਮ ਕਮਾਉਣ ਕਰਕੇ ਇਹ ਜੀਵ ਦਾ ਜੰਮਣ ਮਰਨ ਨਹੀਂ ਨਿਵਰਤ ਹੁੰਦਾ। ਗੁਰ ਸਰਣਾਈ ਉਬਰੈ, ਨਾਨਕ ਲਏ ਛਡਾਏ। ਹਾਂ, ਇੱਥੋਂ ਬਚਿਆ ਕਿਵੇਂ ਜਾ ਸਕਦਾ? ਤਾਂ ਸਤਿਗੁਰੂ ਜੀ ਕਥਨ ਕਰਦੇ ਹਨ, ਗੁਰ ਸਰਣਾਈ ਉਬਰੈ। ਸਤਿਗੁਰੂ ਗਰੀਬ ਨਿਵਾਸ ਜੀ ਦੀ ਸ਼ਰਨ ਪੈ ਕਰਕੇ ਬਚਿਆ ਜਾ ਸਕਦਾ ਹੈ, ਕਿਉਂਕਿ ਸਤਿਗੁਰੂ ਜੀ ਛਡਾ ਲੈਂਦੇ ਹਨ ਜਮਾਂ ਦੀ ਫਾਹੀ ਤੋਂ, ਹੰਗਤਾ ਮਮਤਾ ਤੋਂ, ਕਰਮਾਂ ਦੇ ਚੱਕਰਾਂ ਤੋਂ। ਇਸ ਕਰਕੇ ਗੁਰੂ ਕੀ ਸ਼ਰਨ ਪੈਣਾ ਪਾਈ ਯੋਗ ਹੈ। ਸਤਿਗੁਰ ਪੁਰਖ ਹਰਿ ਧਿਆਏ ਦਾ, ਸਤ ਸੰਗਤ ਸਤਿਗੁਰ ਪਾਏ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕਾ ਸੰਗ ਸਿਖ ਉਧਰੈ, ਨਾਨਕ ਹਰਿ ਗੁਣ ਗਾਓ। ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਜੇ ਸਤਿਗੁਰੂ ਜੀ ਨੇ ਜਾਣਿਆ, ਉਹ ਸੱਚੇ ਗੁਰੂ ਆ। ਗੱਲਾਂ ਨਾਲ ਨਹੀਂ, ਗੱਲਾਂ ਨਾਲ ਤਾਂ ਬਥੇਰੇ ਗੁਰੂ ਬਣੇ ਬੈਠੇ ਆ। ਹਰ ਸਤਿਗੁਰ ਹਰ ਪੁਰਖ ਹਰ ਧਿਆਏ ਦਾ। ਸਤਿਗੁਰੂ ਪੁਰਖ ਕਿਹੜੇ ਆ? ਜੋ ਹਰੀ ਨੂੰ ਧਿਆਉਂਦੇ ਆ। ਸਤ ਸੰਗਤ ਸਤਿਗੁਰ ਪਾਏ। ਸਤ ਸੰਗਤ ਨੂੰ ਸਤਿਗੁਰੂ ਜੀ ਪਾਉਂਦੇ ਆ, ਅਤੇ ਸਤ ਸੰਗਤ ਜਿਹੜੀ ਹੈ ਸਤਿਗੁਰੂ ਜੀ ਨੂੰ ਪਾਉਂਦੀ ਹੈ। ਜੋ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦੇ ਗੁਣ ਗਾਉਂਦੇ, ਉਹ ਸਤਿਗੁਰਾਂ ਨੂੰ ਪਾਉਂਦੇ ਹਨ। ਸਤ ਸੰਗਤ ਸਤਿਗੁਰ ਸੇਵਦੇ, ਹਰ ਮੇਲੇ ਗੁਰ ਮੇਲਾਏ। ਸਤ ਸੰਗੀ ਜਨ ਸਤਿਗੁਰਾਂ ਦੀ ਸੇਵਾ ਕਰਦੇ ਹਨ। ਹਰ ਮੇਲੇ ਹਰੀ ਦੇ ਨਾਲ, ਸੋ ਹਰੀ ਆਪਣੇ ਨਾਲ ਸਤਸੰਗੀਆਂ ਨੂੰ ਮਿਲਾਉਂਦੇ ਹਨ। ਸਤਸੰਗੀ ਕਿਹੜੇ ਆ?
ਜਿਨ੍ਹਾਂ ਨੂੰ ਸਤਿਗੁਰੂ ਕਿਰਪਾ ਕਰਕੇ ਪਰਮੇਸ਼ਰ ਨਾਲ ਮਿਲਾ ਦਿੰਦੇ ਹਨ। ਇਹੋ ਭਉਜਲ ਜਗਤ ਸੰਸਾਰ ਹੈ, ਗੁਰ ਬੋਹਿਥ ਨਾਮ ਤਰਾਏ। ਗੁਰੂ ਕੇ ਪ੍ਰੇਮਿਓ, ਇਹ ਸੰਸਾਰ ਭਉ ਜਲ, ਜਿਹਦੇ ਵਿੱਚ ਭੈ ਦਾ ਜਲ ਹੈ। ਜਗਤ ਜੋ ਪੈਦਾ ਹੋਣ ਵਾਲਾ ਤੇ ਨਾਸ਼ ਹੋਣ ਵਾਲਾ, ਭਾਵ ਥਿਰ ਨਹੀਂ। ਇਹਦੀ ਜੋ ਸੰਸਾਰ ਦੀ ਗਤੀ ਹੈ, ਇੱਕ ਥਾਂ ਟਿਕਣ ਵਾਲਾ ਨਹੀਂ ਹੈ, ਇਹ ਨਾਸ਼ਮੰਤ ਹੈ। ਗੁਰ ਬੋਹਿਥ ਰਾਮ ਤਰਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਹਾਜ਼ ਵਾਂਗ ਹਨ। ਆਪਣੇ ਨਾਮ ਰੂਪੀ ਜਹਾਜ਼ 'ਤੇ ਚੜ੍ਹਾ ਕਰਕੇ ਸਤਿਗੁਰੂ ਮਿਲਾ ਇਹ ਜੀਵ ਨੂੰ ਉਤਾਰ ਦਿੰਦੇ ਹਨ। ਸੰਸਾਰ ਸਮੁੰਦਰ ਤੋਂ ਪਾਰ ਮੁਕਤ ਰੂਪ ਕਿਨਾਰੇ 'ਤੇ ਪਹੁੰਚਾ ਦਿੰਦੇ ਹਨ। ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਹੁਣ ਸਤਿਗੁਰੂ ਜੀ ਦਾ ਨਾਮ ਜਹਾਜ਼ ਹੈ, ਗੁਰੂ ਕਾ ਭਾਣਾ ਜਹਾਜ਼ ਹੈ। ਗੁਰੂ ਕੀ ਇਹ ਸਿੱਖੀ ਰੂਪ ਜਹਾਜ਼ 'ਤੇ ਚੜ੍ਹਨਾ ਕਿਵੇਂ ਹੋ ਸਕਦਾ ਹੈ? ਗੁਰੂ ਕਾ ਭਾਣਾ ਮੰਨਣ ਰੂਪ ਇਹ ਜਹਾਜ਼ ਦੇ ਵਿੱਚ ਸਫ਼ਰ ਕਰਨਾ ਹੈ। ਗੁਰਸਿੱਖਾਂ ਨੇ ਭਾਣਾ ਮੰਨਿਆ ਭਾਈ, ਗੁਰ ਪੂਰਾ ਪਾਰ ਲੰਘਾਏ। ਜੋ ਗੁਰਸਿੱਖਾਂ ਨੇ ਸਤਿਗੁਰੂ ਸਾਹਿਬ ਜੀ ਦਾ ਭਾਣਾ ਮੰਨਣਾ ਕੀਤਾ, ਪੂਰੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਉਹਨਾਂ ਗੁਰਸਿੱਖਾਂ ਨੂੰ ਇਹ ਸੰਸਾਰ ਸਮੁੰਦਰ ਤੋਂ ਪਾਰ ਮੁਕਤ ਕਿਨਾਰੇ 'ਤੇ ਲਾ ਦਿੱਤਾ। ਗੁਰਸਿੱਖਾਂ ਕੀ ਹਰ ਧੂੜ ਦੇਹ, ਹਮ ਪਾਪੀ ਬੇਗਤ ਪਾਹੇ। ਇਹੋ ਜਿਹੇ ਜੋ ਗੁਰਸਿੱਖ ਜੀਵਨ ਮੁਕਤੀ ਨੂੰ ਪ੍ਰਾਪਤ ਹੋਏ ਹਨ, ਤਿੰਨਾਂ ਗੁਰਸਿੱਖਾਂ ਦੀ ਸਤਿਗੁਰੂ ਗਰੀਬ ਨਿਵਾਸ ਜੀ ਸਾਨੂੰ ਵੀ ਕਿਰਪਾ ਕਰਕੇ ਚਰਨ ਧੂੜੀ ਬਖਸ਼ੋ। ਹਮ ਪਾਪੀ, ਅਸੀਂ ਪਾਪੀ ਵੀ ਮੁਕਤ ਪਾਹੇ, ਗਤ ਪਾਹੇ, ਮੁਕਤੀ ਪ੍ਰਾਪਤ ਕਰ ਲਈਏ। ਸੋ ਗੁਰਸਿੱਖਾਂ ਕੀ ਹਰ ਧੂੜ ਦੇ, ਗੁਰਸਿੱਖਾਂ ਦੀ ਚਰਨ ਧੂੜੀ ਬਖਸ਼ਿਸ਼ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਹਮ ਨਾਮ ਦਾ ਤਮਾਮ ਦਾ ਫਾਰਸੀ ਵਿੱਚ, ਸੋ ਤਮਾਮ ਨੂੰ ਸੱਚੇ ਪਾਤਸ਼ਾਹ ਜੀ ਪਾਰ ਉਤਾਰਨ, ਸੋ ਮੁਕਤ ਕਰਨ ਵਾਲੇ ਹਨ ਗੁਰਸਿੱਖਾਂ ਦੀ ਚਰਨ ਧੂੜੀ ਬਖਸ਼ ਕੇ। ਇਸ ਕਰਕੇ ਜਿਨ੍ਹਾਂ ਗੁਰਸਿੱਖਾਂ ਨੇ ਸਤਿਗੁਰੂ ਜੀ ਦਾ ਭਾਣਾ ਮੰਨਿਆ, ਦੁੱਖ ਸੁੱਖ ਵਿੱਚ ਬਿਰਤੀ ਇੱਕ ਸਮਾਨ ਰੱਖ ਕੇ ਵਾਹਿਗੁਰੂ ਦਾ ਜਾਪ ਜਪਿਆ, ਉਹਨਾਂ ਗੁਰਸਿੱਖਾਂ ਦੀ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰ ਰਿਹਾ, ਮਹਾਰਾਜ ਸਾਨੂੰ ਚਰਨ ਧੂੜੀ ਦਿਓ, ਇਹ ਤਮਾਮ ਪਾਪੀ ਸਾਰੇ ਹੀ ਮੁਕਤ ਹੋ ਜਾਣ। ਬਾਬਾ ਬੁੱਢਾ ਜੀ ਜੈਸੇ ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖ। ਧੁਰ ਮਸਤਕ ਹਰ ਪ੍ਰਭ ਲਿਖਿਆ, ਗੁਰ ਨਾਨਕ ਮਿਲਿਆ ਆਏ। ਜਿਨ੍ਹਾਂ ਦੇ ਮੱਥੇ ਤੋਂ ਧੁਰੋਂ ਹੀ ਅਕਾਲ ਪੁਰਖ ਵਾਹਿਗੁਰੂ ਨੇ, ਹਰੀ ਪ੍ਰਭੂ ਨੇ ਇਹ ਲਿਖਣਾ ਕੀਤਾ ਨਾ, ਉਹਨਾਂ ਨੂੰ ਵੱਡਿਆਂ ਭਾਗਾਂ ਵਾਲਿਆਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਮਨੁੱਖਾ ਜਨਮ ਵਿੱਚ ਮਿਲੇ ਹਨ। ਜਮ ਕੰਕਰ ਮਾਰ ਬਿਦਾਰਿਆਨ, ਹਰ ਦਰਗਹ ਲੈ ਛਡਾਏ। ਜਮ ਕੰਕਰ ਉਹਨਾਂ ਦੇ, ਜੋ ਉਹਨਾਂ ਨੂੰ ਦੁੱਖ ਦੇਣ ਵਾਲੇ ਜਮਾਂ ਦੇ ਕੰਕਰ, ਜਮ ਧਰਮ ਰਾਜਾ ਨਾ, ਉਹਦੇ ਦੂਤ ਜਿਹੜੇ ਉਹ ਕੰਕਰ ਮਾਰ ਬਿਦਾਰਿਆ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਜੋ ਵੀ ਸ਼ਰਨ ਪਇਓ, ਜੋ ਜੋ ਸ਼ਰਨ ਪਇਓ, ਗੁਰੂ ਨਾਨਕ ਅਭੈ ਦਾਨ ਸੁਖ ਪਾਏ। ਉਹਨਾਂ ਨੇ ਡਰ ਤੋਂ ਰਹਿਤ ਇਹ ਮੁਕਤੀ ਸਤਿਗੁਰੂ ਜੀ ਪਾਸੋਂ ਦਾਨ ਵਜੋਂ ਸੁਖ ਪ੍ਰਾਪਤ ਕੀਤਾ, ਡਰ ਤੋਂ ਰਹਿਤ ਪਦਵੀ ਪ੍ਰਾਪਤ ਕਰ ਲਈ। ਉਹਨਾਂ ਦੇ ਜਮ ਕੰਕਰ ਇਹ ਜਮਦੂਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਾਰ ਕੇ ਭਜਾ ਦਿੱਤੇ ਦੂਰ, ਹਰ ਦਰਗਹ ਲੈ ਛਡਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਹੋ ਜਿਹੇ ਹਨ,
ਵੈ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਮੈਂ ਮੂਰਖ ਦੀ ਕਿੱਡੀ ਕੁ ਗੱਲ ਆ, ਮੇਰੇ ਜੈਸੇ ਮੂਰਖਾਂ ਨੂੰ ਤਾਰਨਾ ਸਤਿਗੁਰੂ ਜੀ ਵਾਸਤੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਿਹਨੇ ਸ਼ਰਧਾ ਨਾਲ ਸੁਣ ਲਿਆ, ਜਿਹਨੇ ਪ੍ਰੇਮ ਨਾਲ ਤੱਕ ਲਿਆ, ਪਿਆਰਿਓ ਦੁਬਾਰਾ ਗਰਭਾਸ਼ੇ ਵਿੱਚ ਨਹੀਂ ਪਿਆ, ਮਾਤਾ ਦੀ ਗਰਭ ਜੂਨੀ ਵਿੱਚ ਦੁਬਾਰਾ ਨਹੀਂ ਆ ਕੇ ਪਿਆ। ਇਹੋ ਜਿਹੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਿਆਲੂ ਕਿਰਪਾਲੂ ਹਨ ਸਤਿਗੁਰੂ ਸੱਚੇ ਪਾਤਸ਼ਾਹ। ਗੁਰ ਸਿੱਖਾਂ ਨੋ ਸਾਬਾਸ ਹੈ, ਹਰ ਦਰਗਹਿ ਲਏ ਛਡਾਏ। ਜਮ ਕੰਕਰ ਮਾਰ ਬਿਦਾਰਨ, ਜਮ ਕੰਕਰ ਮਾਰ ਕੇ ਭਜਾਤੇ ਸੁੱਟਤੇ ਦੂਰ। ਅਤੇ ਹਰੀ ਦੀ ਦਰਗਾਹ ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕਰਕੇ ਛਡਾ ਲਿਆ ਉਹਨਾਂ ਨੂੰ। ਗੁਰੂ ਕੇ ਪਿਆਰਿਓ, ਪਰਮੇਸ਼ਰ ਦੀ ਜੋ ਦਰਗਾਹ ਨਿਆਇਆ ਨਾ ਸਭਾ ਜੋ ਵਾਹਿਗੁਰੂ ਦੀ, ਉਹਦੇ ਵਿੱਚ ਛਡਾ ਲਿਆ ਗੁਰਸਿੱਖਾਂ ਨੂੰ। ਕਿਤੇ ਕੋਈ ਪਰਲੋਕ ਵਿੱਚ ਬੰਧਨ ਨਹੀਂ ਪੈਣਗੇ, ਜਮ ਕੰਕਰ ਨਹੀਂ ਉਹਨਾਂ ਨੂੰ ਤੰਗ ਕਰਨਗੇ, ਕੋਈ ਲੇਖਾ ਨਹੀਂ ਦੇਣਾ ਪਵੇਗਾ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ। ਗੁਰ ਸਿੱਖਾਂ ਨੋ ਸਾਬਾਸ ਹੈ, ਹਰ ਤੁਠਾ ਮੇਲ ਮਿਲਾਏ। ਤਿਨਾਂ ਗੁਰਸਿੱਖਾਂ ਨੂੰ ਸ਼ਾਬਾਸ਼ ਹੈ, ਧੰਤਾ ਯੋਗ ਹੈ ਵਾਲੀ ਪਦਵੀ ਪ੍ਰਾਪਤ ਹੋਈ ਹੈ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਤਰੁੱਠ ਕਰਕੇ ਪਰਮੇਸ਼ਰ ਦੇ ਮੇਲ ਦੇ ਵਿੱਚ ਮਿਲਾ ਦਿੱਤਾ ਹੈ। ਗੁਰ ਪੂਰੈ ਹਰ ਨਾਮ ਦਿੜਾਇਆ, ਜਿਨ ਵਿੱਚ ਹੋ ਭਰਮ ਚੁਕਾਇਆ। ਸੋ ਪੂਰਾ ਸ਼ਬਦ ਇੱਥੇ ਆਇਆ, ਗੁਰ ਪੂਰਾ। ਪੂਰਾ ਸ਼ਬਦ ਜਿਹੜਾ ਨਾ ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਨੂੰ ਕਿਉਂ ਵਰਤਣਾ ਪਿਆ? ਕਿਉਂਕਿ ਬਥੇਰੇ ਆ ਜਿਹੜੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੇਲੇ ਵੀ ਅਧੂਰੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਸਨ, ਔਰ ਅੱਜ ਵੀ ਇਹੋ ਜਿਹੇ ਬੇਅੰਤ ਹਨ ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਆ। ਕੋਈ ਕਲਕੀ ਕਹਾਉਂਦਾ, ਕੋਈ ਨੇਕਲੰਕੀ ਕਹਾਉਂਦਾ ਕਿ ਮੇਰੀ ਸ਼ਰਨ ਪਾਓ, ਮੈਂ ਤੁਹਾਨੂੰ ਤਾਰ ਦਿਆਂਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੇ ਪਿਆਰਿਓ, ਪੂਰੇ ਸਤਿਗੁਰਾਂ ਨੇ ਜੋ ਕਿਰਪਾ ਕਰ ਦਿੱਤੀ ਉਹ ਹਰ ਕੋਈ ਨਹੀਂ ਕਰ ਸਕਦਾ। ਅਧੂਰੇ ਜਿਹੜੇ ਆ ਉਹ ਆਪ ਵਿਕਾਰਾਂ ਤੋਂ ਨਹੀਂ ਬਚ ਸਕਦੇ। ਮੋਹ ਮਾਇਆ, ਜਿੰਨਾ ਚਿਰ ਤੱਕ ਇਹ ਪੰਜ ਵਿਕਾਰ ਨਹੀਂ ਛੁੱਟਦੇ, ਇਹ ਵਿਸ਼ੇ ਨਹੀਂ ਛੁੱਟਦੇ, ਮਾਇਆ ਦਾ ਮੋਹ ਨਹੀਂ ਛੁੱਟਦਾ, ਉਹਨਾਂ ਚਿਰ ਤੱਕ ਮੁਕਤੀ ਨਹੀਂ ਹੋ ਸਕਦੀ, ਜਿੰਨਾ ਚਿਰ ਤੱਕ ਪੰਜ ਪ੍ਰਕਾਰ ਦਾ ਭਰਮ ਨਹੀਂ ਟੁੱਟਦਾ। ਜਬ ਲਗ ਟੁੱਟਿਆ ਨਹੀਂ ਮਨ ਭਰਮਾ, ਤਬ ਲਗ ਮੁਕਤ ਨਾ ਕਾਈ। ਉਹਨਾਂ ਚਿਰ ਤੱਕ ਮੁਕਤੀ ਕਦੀ ਨਹੀਂ ਹੋ ਸਕਦੀ। ਮੋਹ ਦੇ ਵਿੱਚ ਪਏ ਹੋਏ, ਭਰਮ ਦੇ ਵਿੱਚ ਪਏ ਹੋਏ, ਪੰਜਾਂ ਵਿਕਾਰਾਂ ਵਿੱਚ, ਪੰਜਾਂ ਵਿਸ਼ਿਆਂ 'ਚ ਲੱਗੇ ਹੋਏ, ਅਧੂਰੇ ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਸੋ ਡੁੱਬੇ ਗੁਰੂ ਸਣੇ ਬਹੁ ਚੇਲੇ, ਅੰਧ ਖੂਹੇ ਠੇਲੇ ਵਾਲੀ ਗੱਲ ਬਣਦੀ ਆ। ਇਸ ਕਰਕੇ ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਸੋਈ ਸਤਿਗੁਰ ਪੁਰਖ ਹੈ, ਜਿਨ ਪੰਜੇ ਦੂਤ ਕੀਤੇ ਵਸ ਛਿੱਕੇ। ਇਹ ਹਨ ਪੂਰੇ ਸਤਿਗੁਰੂ ਜੀ ਦੀ ਵਡਿਆਈ, ਇਹ ਹੈ ਪੂਰੇ ਸਤਿਗੁਰੂ ਦੀ ਵਡਿਆਈ।
ਗੁਰੂ ਕੇ ਪ੍ਰੇਮੀਓ, ਪੂਰੇ ਸਤਿਗੁਰੂ ਜੀ ਦੀ ਵਡਿਆਈ ਇਸ ਤਰ੍ਹਾਂ ਜਿਵੇਂ ਸੂਰਜ ਚੜ੍ਹਦਾ, ਇਕੱਲਾ ਸੂਰਜ ਹੀ ਸਾਰੀ ਦੁਨੀਆ ਤੇ ਚਾਨਣ ਕਰ ਦਿੰਦਾ, ਅਤੇ ਜਿਹੜੇ ਅਧੂਰੇ ਆ ਉਹ ਭਾਵੇਂ ਤਾਰਿਆਂ ਦੀ ਤਰ੍ਹਾਂ ਹਜ਼ਾਰਾਂ ਲੱਖਾਂ ਚਮਕਦੇ ਹੋਣ, ਪਰ ਉਹਨਾਂ ਦੇ ਪਾਸੋਂ ਇਹ ਹਨੇਰਾ ਦੂਰ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਜੀ ਨੇ ਤਾਂ ਇਹ ਵਚਨ ਲਿਖਿਆ, ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਇਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜੇ 100 ਚੰਦਰਮੇ ਵੀ ਚੜ੍ਹ ਜਾਣ, ਹਜ਼ਾਰਾਂ ਸੂਰਜ ਵੀ ਚੜ੍ਹ ਜਾਣ, ਪੂਰੇ ਸਤਿਗੁਰੂ ਜੀ ਦੀ ਇਹੋ ਜਿਹੀ ਵਡਿਆਈ ਹੈ ਕਿ ਸਤਿਗੁਰੂ ਦੀ ਸ਼ਰਨ ਪਿਆ ਬਿਨਾ ਅਗਿਆਨਤਾ ਦਾ ਹਨੇਰਾ ਹਿਰਦੇ ਵਿੱਚੋਂ ਨਿਵਰਤ ਨਹੀਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਅਗਿਆਨ ਦਾ ਹਨੇਰਾ ਨਿਵਰਤ ਕਰਕੇ ਗਿਆਨ ਦਾ ਚਾਨਣ ਕਰ ਦਿੰਦੇ ਆ। ਸੋ ਧੰਨ ਗੁਰੂ ਗਰੀਬ ਨਿਵਾਜ ਸੂਰਜ ਵੱਤ ਹਨ। ਇੱਥੇ ਇੱਕ ਦ੍ਰਿਸ਼ਟਾਂਤ ਵਿੱਚ ਸਤਿਗੁਰੂ ਜੀ ਨੂੰ ਸੂਰਜ ਦੱਸਿਆ। ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਵੇਂ ਸੂਰਜ ਚੜ੍ਹਦਾ ਇਸ ਤਰ੍ਹਾਂ ਪ੍ਰਗਟ ਹੋਏ। ਅਨੇਕਾਂ ਹੀ ਇਹ ਦੰਬੀਆਂ ਰੂਪੀ ਤਾਰੇ ਤੇ ਮੁਹੰਮਦੀ ਮਤ ਰੂਪ ਇਹ ਚੰਦਰਮਾ ਤੇ ਹੋਰ ਸਾਰੇ ਹੀ ਮਿਲ ਕਰਕੇ ਇਹ ਅਗਿਆਨ ਦਾ ਹਨੇਰਾ ਦੂਰ ਨਹੀਂ ਕਰ ਸਕਦੇ। ਸੂਰਜ ਚੜ੍ਹੇ ਤਾਂ ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਗੁਰੂ ਕੇ ਪਿਆਰੇ, ਸੂਰਜ ਚੜ੍ਹੇ ਤਾਂ ਸਾਰੇ ਚਾਨਣ ਕਰ ਦਿੰਦਾ। ਪਰ ਇੱਕ ਗੱਲ ਦਾ ਖਿਆਲ ਰੱਖਣਾ, ਸਿਆਲ ਦੇ ਦਿਨਾਂ ਦੇ ਵਿੱਚ ਜਦੋਂ ਧੁੰਦ ਹੁੰਦੀ ਹੈ ਤੇ ਇਸ ਸਮੇਂ ਸੂਰਜ ਵੀ ਚੜ੍ਹ ਜਾਏ ਤਾਂ ਉਹ ਦਿਸਦਾ ਨਹੀਂ, ਧੁੰਦ ਇੰਨੀ ਸੰਘਣੀ ਹੁੰਦੀ ਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਹੋ ਜਿਹੇ ਸੂਰਜ ਚੜ੍ਹੇ, ਮਿਟੀ ਧੁੰਦ ਜਗ ਚਾਨਣ ਹੋਆ। ਇਹ ਵਹਿਮਾਂ ਭਰਮਾਂ ਦਾ ਜਿੱਥੇ ਅਗਿਆਨਤਾ ਦਾ ਹਨੇਰਾ ਮਿਟਾਤਾ, ਉੱਥੇ ਸਤਿਗੁਰੂ ਜੀ ਨੇ ਵਹਿਮਾਂ ਭਰਮਾਂ ਦੀ ਧੁੰਦ ਸਾਰੀ ਚੁੱਕਤੀ। ਅਜਿਹੇ ਸਤਿਗੁਰੂ ਗਰੀਬ ਨਿਵਾਜ ਜੀ ਹਨ। ਪੂਰੇ ਸਤਿਗੁਰੂ ਜੀ, ਪੂਰੇ ਗੁਰ ਕੀ ਦੇਖ ਵਡਾਈ, ਤਾਂ ਕਿ ਕੀਮਤ ਕਹਿਣ ਨਾ ਜਾਈ। ਪਸ਼ੂ ਪ੍ਰੇਤ ਮੁਗਧ ਪੈ ਸਰੋਤਾ, ਹਰ ਨਾਮਾ ਮੁਖ ਗਾਇਆ। ਸੋ ਗਿਆਨ ਗੋਸ਼ਟ ਗਿਆਨ ਨਾਮ ਸੁਣ ਉਧਰੇ, ਜਿਨ ਜਿਨ ਦਰਸ਼ਨ ਪਾਇਆ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਗੁਰੂ ਕੇ ਪ੍ਰੇਮੀਓ, ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਸਭ ਕੁਝ ਹੈ। ਕੀ ਨਹੀਂ ਹੈ ਸਤਿਗੁਰਾਂ ਦੇ ਘਰ ਵਿੱਚ? ਸੋ ਇੱਕ ਵਾਰ ਅੰਮ੍ਰਿਤ ਦ੍ਰਿਸ਼ਟੀ ਨਾਲ ਤੱਕ ਕੇ ਤੇ ਪਾਪੀ ਜੀਆਂ ਨੂੰ ਅੰਮ੍ਰਿਤ ਦ੍ਰਿਸ਼ਟ ਵੇਖਿਆ ਹੋਏ ਸੰਤ, ਅੰਮ੍ਰਿਤ ਦ੍ਰਿਸ਼ਟੀ ਨਾਲ ਤੱਕ ਕੇ ਸੰਤ ਬਣਾ ਦਿੰਦੇ। ਇਹੋ ਜਿਹੇ ਸਤਿਗੁਰੂ ਜੀ ਹਨ ਪੂਰੇ ਸਤਿਗੁਰੂ। ਪਾਲ ਪੰਕਜ ਮਹਿ ਕੋਟ ਉਧਾਰੇ। ਸੋ ਪਲ ਮਾਤਰ ਵਿੱਚ ਸਤਿਗੁਰੂ ਜੀ ਆਪਣੇ ਚਰਨੀ ਲਾ ਕੇ ਕਰੋੜਾਂ ਦਾ ਉਧਾਰ ਕਰ ਸਕਦੇ ਆ। ਕੀਤਾ ਹੈ, ਕਰ ਰਹੇ ਹਨ, ਗਾਹ ਨੂੰ ਕਰਨਗੇ। ਭਾਈ ਗੁਰਦਾਸ ਸਾਹਿਬ ਜੀ ਨੇ ਸਤਿਗੁਰੂ ਜੀ ਦੀ ਵਡਿਆਈ ਲਿਖਦਿਆਂ ਇਹ ਵਚਨ ਲਿਖੇ ਹਨ। ਸਤਿਗੁਰ ਪੂਰਾ ਸਾਹੋ ਹੈ, ਤ੍ਰਿਭਵਨ ਜਗ ਤਿਸ ਦਾ ਵਣਜਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰੇ ਸ਼ਾਹੂਕਾਰ ਆ। ਸ਼ਾਹੂਕਾਰ ਤੋਂ ਜਿਵੇਂ ਕੋਈ ਲੋਕ ਚੀਜ਼ਾਂ ਲੈਂਦੇ ਆ ਉਧਾਰੀਆਂ, ਇਸ ਤਰ੍ਹਾਂ ਤਿੰਨੇ ਭਵਨ ਸਤਿਗੁਰੂ ਮਹਾਰਾਜ ਜੀ ਤੋਂ ਭਾਵ ਭਗਤੀ ਸ਼ੁਭ ਗੁਣ ਪ੍ਰਾਪਤ ਕਰਦੇ ਹਨ, ਆਪਣੀ ਰੱਖਿਆ ਪ੍ਰਾਪਤ ਕਰਦੇ ਹਨ, ਪਰਮੇਸ਼ਰ ਦੇ ਵਿੱਚ ਮਿਲਣਾ ਪ੍ਰਾਪਤ ਕਰਦੇ ਆ।
ਸਤਿਗੁਰੂ ਜੀ ਸ਼ਾਹੂਕਾਰ ਆ, ਤਿੰਨੇ ਭਵਨਾਂ ਦੇ ਜੀਵ ਸਤਿਗੁਰੂ ਜੀ ਦੇ ਵਣਜਾਰੇ ਆ, ਗਾਹਕ ਹਨ। ਰਤਨ ਪਦਾਰਥ ਬੇਸ਼ੁਮਾਰ, ਭਾਉ ਭਗਤ ਲਖ ਭਰੇ ਭੰਡਾਰਾ। ਰਤਨ ਪਦਾਰਥ ਬੇਸ਼ੁਮਾਰ, ਗਿਣਤੀ ਤੋਂ ਰਹਿਤ ਹਨ। ਕਿਹੜੇ ਆ? ਸੋ ਸ਼ਾਹੂਕਾਰਾਂ ਦੇ ਕੋਲ ਤਾਂ ਇਕੱਲਾ ਇਹ ਪਦਾਰਥ ਹੋਣਗੇ ਦੁਨਿਆਵੀ ਪਦਾਰਥ, ਜਿਵੇਂ ਸੰਸਾਰ ਝੂਠਾ, ਉਹ ਵੀ ਨਾਸ਼ਵੰਤ ਹੀ ਆ। ਪਰ ਸਤਿਗੁਰੂ ਜੀ ਦੇ ਪਾਸ ਭਾਉ ਭਗਤੀ ਦੇ, ਪ੍ਰੇਮਾ ਭਗਤੀ ਦੇ ਲੱਖਾਂ ਭੰਡਾਰ ਭਰੇ ਆ, ਜਿਹਨੂੰ ਸਤਿਗੁਰੂ ਜੀ ਬਖਸ਼ ਦੇਣ, ਨਿਹਾਲ ਕਰ ਦਿੰਦੇ ਹਨ। ਪਾਰਜਾਤ ਲੱਖ ਬਾਗ ਵਿੱਚ ਇੱਕ ਪਾਰਜਾਤ ਨੂੰ ਲੋਕ ਲੋਚਦੇ ਆ ਕਿ ਸਾਨੂੰ ਪ੍ਰਾਪਤ ਹੋ ਜਾਏ, ਇਹ ਦੇਵਤਿਆਂ ਦਾ ਕਲਪ ਬ੍ਰਿਛ ਹੈ। ਪਰ ਸਤਿਗੁਰੂ ਜੀ ਪਾਸ ਲੱਖਾਂ ਹੀ ਸਤਿਗੁਰਾਂ ਦੇ ਬਾਗਾਂ ਦੇ ਵਿੱਚ ਇਹ ਪਾਰਜਾਤ ਹਨ। ਇੱਕ ਕਾਮ ਧੇਨ ਬਦਲੇ ਜਮਦਗਨੀ ਰਿਖੀ ਨੇ ਸਿਰ ਵਢਾ ਲਿਆ ਸੀ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਕਾਮ ਧੇਨ ਦੇ ਵੱਗ ਹਜ਼ਾਰਾਂ, ਕਾਮ ਧੇਨ ਗਊਆਂ ਦੇ ਹਜ਼ਾਰਾਂ ਹੀ ਵੱਗ ਸਤਿਗੁਰਾਂ ਦੇ ਬਾਗਾਂ ਵਿੱਚ ਵਿਚਰਦੇ ਆ। ਸੋ ਲక్ష్ਮੀ ਦੀ ਪੂਜਾ ਕਰਦੇ ਆ ਕਿ ਸਾਨੂੰ ਲక్ష్ਮੀ ਮਾਤਾ ਦਰਸ਼ਨ ਦੇ ਜੇ, ਜਾਂ ਲక్ష్ਮੀ ਪ੍ਰਾਪਤ ਹੋਵੇ। ਦੀਵਾਲੀ ਵਾਲੇ ਦਿਨ ਕਈ ਲੋਕ ਜਿਹੜੇ ਇਹੋ ਜਿਹੇ ਆ, ਦੇਵੀ ਦੀ ਪੂਜਾ ਕਰਦੇ, ਲక్ష్ਮੀ ਦੀ ਪੂਜਾ ਕਰਦੇ। ਲక్ష్ਮੀਆਂ ਲੱਖ ਗੋਲੀਆਂ, ਲੱਖਾਂ ਲక్ష్ਮੀਆਂ ਸਤਿਗੁਰੂ ਜੀ ਦੀਆਂ ਗੋਲੀਆਂ ਚਰਨ ਚਸਣ ਵਾਲੀਆਂ। ਪਾਰਸ ਦੇ ਪਰਬਤ ਅਪਾਰਾ, ਪਾਰਸ ਦੀ ਬੀਟੀ ਮੰਗਦੇ ਆ ਕੋਈ ਪ੍ਰਾਪਤ ਹੋਵੇ। ਸਤਿਗੁਰੂ ਜੀ ਦੇ ਪਾਸ ਭਾਈ ਗੁਰਦਾਸ ਜੀ ਕਹਿੰਦੇ, ਅਨੇਕਾਂ ਹੀ ਗਿਣਤੀ ਰਹਿਤ ਪਰਬਤ ਪਹਾੜ ਹਨ ਸਤਿਗੁਰਾਂ ਕੋਲ ਪਾਰਸ ਦੇ। ਸਤਿਗੁਰਾਂ ਦੇ ਖਜ਼ਾਨੇ 'ਚ ਦੇਵਤਿਆਂ ਦਾ ਅੰਮ੍ਰਿਤ ਚਾਹੁੰਦੇ ਆ ਕਿ ਸਾਨੂੰ ਪ੍ਰਾਪਤ ਹੋਵੇ। ਲੱਖਾਂ ਅੰਮ੍ਰਿਤ, ਲੱਖਾਂ ਇੰਦਰ ਦੇਵਤੇ ਲੈ ਕਰਕੇ ਤੇ ਮਾਸ਼ਕੀ ਬਣ ਕੇ ਉਹ ਛਿੜਕਣਾ ਕਰਦੇ ਆ ਸਤਿਗੁਰੂ ਜੀ ਦੇ ਦਰਬਾਰ 'ਚ। ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਵਡਿਆਈ। ਸੂਰਜ ਚੰਦ ਚਿਰਾਗ ਲੱਖ, ਗਰੀਬ ਨਿਵਾਜ ਜੀ ਦੇ ਇਹ ਦਰਬਾਰ ਦੇ ਵਿੱਚ ਲੱਖਾਂ ਹੀ ਸੂਰਜ ਚੰਦਰਮੇ ਇਹ ਚਿਰਾਗ ਦੀ ਤਰ੍ਹਾਂ ਪ੍ਰਕਾਸ਼ ਕਰ ਰਹੇ ਆ, ਦੀਵਿਆਂ ਦੀ ਤਰ੍ਹਾਂ। ਰਿੱਧੀਆਂ ਸਿੱਧੀਆਂ ਨਿਧੀਆਂ ਜਿਹਦੇ ਵਾਸਤੇ ਯੋਗ ਸਾਧਨਾ ਲੋਕ ਕਰਦੇ ਆ ਕਿ ਯੋਗ ਸਾਧਨਾ ਕਰਨ ਤੋਂ ਸਾਨੂੰ ਇਹ ਪ੍ਰਾਪਤ ਹੋਣ। ਇਹ ਸਾਰੀਆਂ ਬੋਹਲ ਅੰਬਾਰਾ, ਇਹਨਾਂ ਦੇ ਬੋਲਾਂ ਦੇ ਅੰਬਾਰ ਢੇਰ ਲੱਗੇ ਪਏ ਆ। ਸਭੇ ਵੰਡ ਵੰਡ ਦਿੱਤਿਓਨ, ਭਾਉ ਭਗਤ ਕਰ ਸੱਚ ਪਿਆਰਾ। ਇਹ ਸਾਰੇ ਪਦਾਰਥ ਜਿਹਨੇ ਕਿਸੇ ਨੇ ਮੰਗੇ ਉਹਨੂੰ ਵੰਡ ਵੰਡ ਦੇ ਦਿੱਤੇ, ਪਰ ਆਪਣਾ ਪਿਆਰ ਸਤਿਗੁਰੂ ਜੀ ਦਾ ਤੇ ਗੁਰੂ ਕੇ ਸਿੱਖਾਂ ਦਾ, ਜਿਹੜੇ ਪੂਰਨ ਸਿੱਖ ਅਨੰਨ ਸਿੱਖ ਹਨ, ਉਹਨਾਂ ਨੇ ਭਾਉ ਭਗਤ ਕਰ ਸੱਚ ਪਿਆਰਾ, ਪ੍ਰੇਮ ਭਗਤੀ ਕਰਕੇ ਸੱਚ ਨਾਲ ਪ੍ਰੇਮ ਕੀਤਾ। ਇਹੋ ਜਿਹੇ ਭਗਤ ਵਛਲ ਸਤਿਗੁਰ ਨਿਰੰਕਾਰਾ, ਸਤਿਗੁਰੂ ਨਿਰੰਕਾਰੀ, ਨਿਰੰਕਾਰ ਦਾ ਰੂਪ ਹਨ ਸਤਿਗੁਰੂ ਜੀ, ਪਰ ਭਗਤਾਂ ਦੇ ਵਸੀਕਾਰ ਹੋ ਕਰਕੇ ਸਤਿਗੁਰੂ ਜੀ ਨੇ ਸੋ ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਬ੍ਰਹਮੰਡ ਜਿਨ੍ਹਾਂ ਦੇ ਨਿਵਾਸਾ ਕਰ ਰਹੇ ਆ ਨਾ, ਉਹ ਨਿਰੰਕਾਰੀ ਜੋਤ ਸਤਿਗੁਰੂ ਜੀ ਨੇ ਮਨੁੱਖਾ ਅਵਤਾਰ ਧਾਰ ਕੇ ਮਨੁੱਖੀ ਲੀਲਾ ਕਰਕੇ ਦਰਸ਼ਨ ਦਿਖਾਈ ਦਿੱਤੇ ਆ। ਉਹ ਹਨ ਪੂਰੇ ਸਤਿਗੁਰੂ ਜੀ।
ਔਰ ਇਹੋ ਜਿਹੇ ਸਤਿਗੁਰੂ ਜੀ ਨੇ ਆ ਕਰਕੇ ਗੁਰ ਪੂਰੇ ਹਰ ਨਾਮ ਦ੍ਰਿੜਾਇਆ। ਪੂਰੇ ਸਤਿਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਦਾ ਨਾਮ ਗੁਰਸਿੱਖਾਂ ਨੂੰ ਦ੍ਰਿੜ ਕਰਾ ਦਿੱਤਾ। ਰਾਮ ਨਾਮ ਹਰਿ ਜਨ ਵਿੱਚੋਂ ਭਰਮ ਚੁਕਾਇਆ। ਜਿਸ ਵਾਹਿਗੁਰੂ ਦੇ ਨਾਮ ਨੂੰ ਦ੍ਰਿੜ ਕਰਾ ਕੇ ਸਤਿਗੁਰੂ ਜੀ ਨੇ ਭਰਮ ਜਿਹੜਾ ਨਾ 5 ਪ੍ਰਕਾਰ ਦਾ ਭੇਦ ਭਰਮ, ਕਰਤੱਤ ਭਰਮ, ਪੁਨ ਸੰਗ ਭਰਮ, ਵਿਕਾਰ, ਬ੍ਰਹਮਿੱਤਰ ਜਗ ਸਤ ਹੈ, ਪੰਚੋ ਭਰਮ ਸੰਸਾਰੇ ਸਾਰਾ ਨਿਵਰਤ ਕਰ ਦਿੱਤਾ। ਰਾਮ ਨਾਮ ਹਰਿ ਕੀਰਤ ਗਾਏ, ਕਰ ਚਾਨਣ ਮਗ ਦੇਖਾਇਆ। ਵਾਹਿਗੁਰੂ ਦੇ ਨਾਮ ਦੀ ਕੀਰਤੀ ਨੂੰ ਗਾ ਕਰਕੇ ਚਾਨਣ ਕਰ ਦਿੱਤਾ। ਅਗਿਆਨ ਦਾ ਹਨੇਰਾ ਕੱਟ ਕੇ, ਕਿਉਂਕਿ ਬਿਨ ਉਪਮਾ ਜਗਦੀਸ਼ ਕੀ ਬਿਨ ਸੇ ਨਾ ਅੰਧਿਆਰਾ। ਕਈ ਕਹਿੰਦੇ ਅੱਖਾਂ ਮੀਟ ਕੇ ਧਿਆਨ ਲਾ ਲਓ, ਵਿੱਚੋਂ ਚਾਨਣ ਦਿਸੇਗਾ, ਐ ਹੋਏਗਾ। ਕੋਈ ਤ੍ਰਿਕੁਟੀ 'ਚ ਧਿਆਨ ਲਾਉਣ ਲਈ ਕਹਿੰਦਾ, ਕੋਈ ਨਾਭੀ 'ਚ ਕਹਿੰਦਾ ਧਿਆਨ ਲਾਓ, ਕੋਈ ਕਹਿੰਦਾ ਹਿਰਦੇ ਦਾ ਧਿਆਨ ਧਰੋ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਦੀ ਕੀਰਤੀ ਗਾਉਣ ਨੂੰ ਕਿਹਾ। ਔਰ ਇਹ ਵੀ ਵਚਨ ਕਹੇ ਹਨ, ਕਿ ਜਿੰਨਾ ਚਿਰ ਤੱਕ ਵਾਹਿਗੁਰੂ ਦੀ ਕੀਰਤੀ ਨਹੀਂ ਗਾਉਂਦੇ, ਉਹਨਾਂ ਚਿਰ ਤੱਕ ਇਹ ਅਗਿਆਨ ਦਾ ਹਨੇਰਾ ਭਾਈ ਨਿਵਰਤ ਨਹੀਂ ਹੋਣਾ। ਕਰ ਚਾਨਣ ਮਗ ਦਿਖਾਇਆ। ਇਸ ਤਰ੍ਹਾਂ ਚਾਨਣ ਕਰਕੇ, ਗਿਆਨ ਦਾ ਪ੍ਰਕਾਸ਼ ਕਰਕੇ ਇਹ ਭਾਉ ਭਗਤੀ ਦੁਆਰਾ ਪਰਮੇਸ਼ਰ ਨੂੰ ਮਿਲਣ ਦਾ ਰਸਤਾ ਵਿਖਾ ਦਿੱਤਾ। ਹਉਮੈ ਮਾਰ ਏਕ ਨਿਵ ਲਾਗੀ। ਹਉਮੈ ਨੂੰ ਮਾਰ ਕੇ ਨਿਵਰਤ ਕਰਕੇ ਇੱਕ ਵਾਹਿਗੁਰੂ ਦੇ ਵਿੱਚ ਲਿਵ ਲਾਗੀ, ਬਿਰਤੀ ਜੁੜ ਗਈ। ਅੰਤਰ ਨਾਮ ਵਸਾਇਆ। ਅੰਦਰ ਹਿਰਦੇ ਦੇ ਪਰਮੇਸ਼ਰ ਦਾ ਨਾਮ ਵਸ ਗਿਆ ਗੁਰਮੁਖਾਂ ਦੇ। ਗੁਰਮਤਿ ਜਮ ਜੋਹਿ ਨ ਸਕੈ। ਗੁਰਮਤੀਆਂ ਨੂੰ ਜਮ ਟੇਢੀ ਨਿਗਾਹ ਨਾਲ ਵੇਖ ਨਹੀਂ ਸਕਦਾ। ਸੱਚੈ ਨਾਇ ਸਮਾਇਆ। ਕਿਉਂਕਿ ਸੱਚੇ ਪਰਮੇਸ਼ਰ ਦੇ ਨਾਮ ਵਿੱਚ ਗੁਰਮੁਖਾਂ ਦੀ ਬਿਰਤੀ ਲੀਨ ਹੋ ਗਈ, ਸਮਾ ਗਈ ਹੈ। ਸਭ ਆਪੇ ਆਪ ਵਰਤੈ ਕਰਤਾ। ਉਹਨਾਂ ਨੂੰ ਇਹ ਦ੍ਰਿਸ਼ਟੀ ਆ ਗਿਆ ਕਿ ਸਾਰੇ ਥਾਵਾਂ ਤੇ ਆਪ ਹੀ ਕਰਤਾ ਪੁਰਖ ਵਰਤ ਰਿਹਾ ਹੈ। ਜੋ ਭਾਵੈ ਸੋ ਨਾਏ ਲਾਇਆ। ਅਤੇ ਹਰ ਕੋਈ ਨਾਮ ਕਿਉਂ ਨਹੀਂ ਜਪਦਾ? ਹਰ ਕੋਈ ਨਹੀਂ ਨਾਮ ਜਪ ਸਕਦਾ। ਜਿਹੜੇ ਭਾਉਂਦੇ ਪਰਮੇਸ਼ਰ ਨੂੰ, ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਆਪਣੇ ਨਾਮ ਵਿੱਚ ਲਾਇਆ ਹੈ। ਬਾਕੀ ਸੋ ਭਰਮ ਚੋਟਾਂ ਖਾਹੇ, ਭਰਮ ਕਰਕੇ ਭਰਮ ਦੇ ਭਰਮਾਏ ਹੋਏ ਚੋਟਾਂ ਖਾ ਰਹੇ ਹਨ। ਜਨ ਨਾਨਕ ਨਾਉ ਲਏ ਤਾਂ ਜੀਵੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਗੁਰਮੁਖਾਂ ਦੀ ਇਹੋ ਜਿਹੀ ਪ੍ਰੀਤੀ ਹੈ ਪਰਮੇਸ਼ਰ ਦੇ ਨਾਮ ਨਾਲ ਕਿ ਨਾਮ ਨੂੰ ਜਪਦੇ ਆ ਤਾਂ ਜਿਉਂਦੇ ਹਨ, ਜਿਉਣਾ ਮੰਨਦੇ ਆਪਣਾ। ਬਿਨ ਨਾਵੈ ਖਿਨ ਮਰ ਜਾਇਆ। ਔਰ ਨਾਮ ਜਦੋਂ ਵਿਸਰੇ, ਨਾਮ ਤੋਂ ਬਿਨਾ ਖਿਨ ਮਾਤਰ ਵਿੱਚ ਹੀ ਮਰ ਜਾਣਾ ਹੁੰਦਾ ਹੈ। ਮਨ ਅੰਤਰ ਹਉਮੈ ਰੋਗ। ਮਨ ਦੇ ਅੰਦਰ ਇਹ ਮਨ ਮੁਖਾਂ ਸੋ ਭ੍ਰਮ ਭੁੱਲੇ ਹਉਮੈ ਸਾਖਤ ਦੁਰਜਣਾ। ਜੋ ਭ੍ਰਮ ਦੇ ਸਹਿਤ ਹੋਣ ਕਰਕੇ ਭੁੱਲੇ ਹਨ ਹਉਮੈ ਦੇ ਵਿੱਚ ਬਿਰਤੀ, ਉਹ ਸਾਖਤ ਦੁਰਜਣਾ, ਉਹਨਾਂ ਦਾ ਮਨ ਜਿਹੜਾ ਨਾ ਹਉਮੈ ਰੋਗ ਦੇ ਨਾਲ ਬੜਾ ਦੁਖੀ ਹੁੰਦਾ ਹੈ। ਭ੍ਰਮ ਭੁੱਲੇ ਹਉਮੈ ਸਾਖਤ ਦੁਰਜਨਾ। ਨਾਨਕ ਰੋਗ ਗਵਾਏ। ਮਿਲ ਸਤਿਗੁਰ ਸਾਧੂ ਸੱਜਣਾ। ਧੰਨ ਗੁਰੂ ਗਰੀਬ ਨਿਵਾਸ ਜੀ ਕਥਨ ਕਰਦੇ ਹਨ, ਸਾਖਤ ਜੋ ਖੋਟੇ ਜਨ ਹਨ, ਉਹਨਾਂ ਦੇ ਮਨ ਅੰਦਰ ਹਉਮੈ ਦਾ ਰੋਗ ਹੈ। ਔਰ ਇਹ ਬਿਰਤੀ ਹਉਮੈ ਦੇ ਸਹਿਤ ਹੋਣ ਕਰਕੇ ਭਰਮ ਵਿੱਚ ਭੁੱਲੀ ਰਹਿੰਦੀ ਹੈ।
ਸੱਚੇ ਪਾਤਸ਼ਾਹ ਕਿਰਪਾ ਕਰੋ, ਇਹ ਰੋਗ ਨਿਵਰਤ ਕਿਵੇਂ ਹੋਵੇ? ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਹਨ, ਨਾਨਕ ਰੋਗ ਗਵਾਏ। ਇਹ ਰੋਗ ਭਾਈ ਜੇ ਤੂੰ ਗਵਾਉਣਾ ਚਾਹੁੰਦਾ ਹੈ, ਮਿਲ ਸਤਿਗੁਰ ਸਾਧੂ ਸੱਜਣਾ। ਜੋ ਸੱਜਣ ਸਤਿਗੁਰੂ ਜੀ ਹੈ ਉਹਨਾਂ ਨੂੰ ਮਿਲਣਾ ਕਰ। ਜੋ ਸੱਜਣ ਸਤਿਗੁਰੂ ਜੀ ਦੇ ਸ੍ਰੇਸ਼ਟ ਸਾਧੂ ਆ ਨਾ, ਉਹਨਾਂ ਗੁਰਮੁਖਾਂ ਨਾਲ ਮਿਲਣਾ ਕਰ, ਮਹਾਤਮਾ ਨਾਲ। ਗੁਰਮਤਿ ਹਰ ਹਰ ਬੋਲੇ। ਸੋ ਉਹਨਾਂ ਗੁਰਮੁਖਾਂ ਨਾਲ ਮਿਲ ਕਰਕੇ ਗੁਰਮਤਿ ਦੁਆਰਾ, ਕਿਉਂਕਿ ਮਨਮੁਖ ਹਰ ਹਰ ਕਰ ਥੱਕੇ, ਮੈਲ ਨਾ ਸਕੀ ਧੋਏ। ਨਾਮ ਤਾਂ ਉਹੀ ਹੈ ਪਰਮੇਸ਼ਰ ਦਾ, ਪਰ ਜਿੰਨਾ ਚਿਰ ਤੱਕ ਜਪਣ ਦੀ ਵਿਧੀ ਨਹੀਂ, ਜਿੰਨਾ ਚਿਰ ਤੱਕ ਪੂਰੇ ਸਤਿਗੁਰਾਂ ਤੋਂ ਨਹੀਂ ਪ੍ਰਾਪਤ ਕਰਦੇ, ਪੂਰੇ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਨਹੀਂ ਜਪਦੇ, ਤੇ ਉਹਨਾਂ ਚਿਰ ਤੱਕ ਹਉਮੈ ਦੀ ਮੈਲ ਜਿਹੜੀ ਆ, ਅਵਿਦਿਆ ਦੀ ਮੈਲ ਮਨ ਨੂੰ ਲੱਗੀ, ਇਹ ਨਿਵਰਤ ਨਹੀਂ ਹੋਣੀ ਉਹਨਾਂ ਚਿਰ ਤੱਕ। ਹਰ ਪ੍ਰੇਮ ਕਸਾਈ ਦਿਨ ਸੋ ਰਾਤ। ਗੁਰਮਤੀਏ ਹਰ ਹਰ ਬੋਲੇ। ਗੁਰਮੁਖ ਨੂੰ ਧਾਰਨ ਕਰਕੇ ਉਹ ਗੁਰਮੁਖ ਜਨ ਵਾਹਿਗੁਰੂ ਦਾ ਉਚਾਰਨ ਕਰਦੇ ਹਨ, ਅੰਮ੍ਰਿਤ ਨਾਮ ਨੂੰ ਉਚਾਰਦੇ ਹਨ। ਹਰ ਪ੍ਰੇਮ ਕਸਾਈ ਦਿਨ ਸੋ ਰਾਤ। ਜਿਨ੍ਹਾਂ ਨੂੰ ਵਾਹਿਗੁਰੂ ਦੇ ਪ੍ਰੇਮ ਦੀ ਕਸ ਆਈ ਹੈ, ਖਿੱਚ ਪਈ ਹੈ, ਰਾਤ ਦਿਨੇ ਉਹ ਨਾਮ ਵਿੱਚ ਪ੍ਰੇਮ ਵਿੱਚ ਖਿੱਚੇ ਰਹਿੰਦੇ, ਲੱਗੇ ਰਹਿੰਦੇ ਹਨ। ਹਰ ਰਤੀ ਹਰ ਰੰਗ ਚੋਲੇ। ਹਰ ਰਤੀ ਹਰੀ ਵਿੱਚ ਤਦਾਕਾਰ ਹੋ ਕਰਕੇ, ਹਰ ਰੰਗ ਚੋਲੇ ਹਰੀ ਦੇ ਪ੍ਰੇਮ ਨੂੰ ਦੇ ਉਹਨਾਂ ਚੋਲੇ ਪਾ ਲਿਆ। ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਕੂਪਤ ਮੇਰੀ। ਇਸ ਤਰ੍ਹਾਂ ਪ੍ਰੇਮ ਰੂਪੀ ਉਹਨਾਂ ਨੇ ਇਹ ਚੋਲਾ ਪਾਉਣਾ ਕੀਤਾ। ਹਰ ਰਤੀ ਹਰ ਰੰਗ ਚੋਲੇ, ਹਰ ਵਿੱਚ ਹਰੀ ਵਿੱਚ ਤਦਾਕਾਰ ਹੋ ਕਰਕੇ, ਹਰ ਰੰਗ ਹਰੀ ਨੂੰ ਰੰਗ ਪ੍ਰੇਮ ਨਾਲ ਚੋ ਲੈਂਦੇ ਆ, ਸੋ ਉਚਾਰਨ ਕਰਦੇ ਹਨ। ਹਰ ਜੈਸਾ ਪੁਰਖ ਨਾ ਲੱਭਈ। ਹਰੀ ਅਕਾਲ ਪੁਰਖ ਜੈਸਾ, ਵਾਹਿਗੁਰੂ ਜੀ ਵਰਗਾ ਕੋਈ ਪੁਰਖ ਨਹੀਂ ਮਿਲਣਾ ਕਿਤਿਓਂ ਹੀ ਪਿਆਰਿਓ। ਸਭ ਦੇਖਿਆ ਜਗਤ ਮੈਂ ਟੋਲੇ। ਸਾਰੇ ਸੰਸਾਰ ਵਿੱਚ ਟੋਲ ਕੇ, ਭਾਲ ਕੇ, ਲੱਭ ਕੇ ਅਸੀਂ ਵੇਖ ਲੈਣਾ ਕੀਤਾ ਹੈ। ਗੁਰ ਸਤਿਗੁਰ ਨਾਮ ਦਿੜਾਇਆ। ਗੁਰ ਜੋ ਪੂਜਨੀਕ ਸਤਿਗੁਰੂ ਜੀ ਹਨ, ਤਿਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰਾਇਆ ਹੈ। ਮਨ ਅਨੰਤ ਨ ਕਾਹੂ ਡੋਲੇ। ਹੁਣ ਇਹ ਮਨ ਅਨੰਤ ਹੋਰ ਕਿਤੇ ਕਦੀ ਵੀ ਨਹੀਂ ਡੋਲਦਾ, ਕਿਸੇ ਪਾਸੇ ਨੂੰ ਨਹੀਂ ਜਾਂਦਾ। ਜਨ ਨਾਨਕ ਹਰ ਕਾ ਦਾਸ ਹੈ। ਧੰਨ ਗੁਰੂ ਗਰੀਬ ਨਿਵਾਸ ਜੀ ਫਰਮਾਉਂਦੇ ਹਨ, ਅਸੀਂ ਜਨ, ਅਸੀਂ ਸੇਵਕ ਪਰਮੇਸ਼ਰ ਦੇ ਦਾਸ ਹਾਂ, ਹਰੀ ਅਕਾਲ ਪੁਰਖ ਪ੍ਰਮਾਤਮਾ ਦੇ ਸੇਵਕ ਹਾਂ। ਗੁਰ ਸਤਿਗੁਰ ਕੇ ਗੋਲ ਗੋਲੇ। ਔਰ ਜੋ ਗੁਰ ਪੂਜਨੀਕ ਸਤਿਗੁਰੂ ਜੀ ਹਨ, ਉਹਨਾਂ ਦੇ ਦਾਸਾਂ ਦੇ ਵੀ ਦਾਸ ਹਾਂ। ਹਰੀ ਦੇ ਦਾਸ ਜੋ ਸਤਿਗੁਰੂ ਜੀ ਹਨ, ਉਹਨਾਂ ਦੇ ਦਾਸ ਜੋ ਸੇਵਕ ਜਨ ਹਨ, ਉਹਨਾਂ ਦੇ ਸੇਵਕਾਂ ਦੇ ਵੀ ਅਸੀਂ ਸੇਵਕ ਹਾਂ। ਭਾਵ ਇੰਨੀ ਮਨ ਵਿੱਚ ਨਿਮਰਤਾ ਧਾਰ ਕੇ ਸੇਵਾ ਆਪਾਂ ਕਰਦੇ ਹਾਂ। ਕਈ ਵਾਰੀ ਹੁੰਦਾ ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਹੁਕਮ ਕਰਦੇ ਆ, ਫਿਰ ਤਾਂ ਮੰਨਣ ਨੂੰ ਤਿਆਰ ਆ, ਪਰ ਗੁਰੂ ਕੇ ਸੇਵਕ ਸਿੱਖ ਨੇ ਕਿਸੇ ਨੇ ਕੁਝ ਕਹਿਤਾ, ਗੁਰੂ ਕਾ ਹੁਕਮ ਹੀ ਲਿਆ ਕੇ ਸੁਣਾਤਾ, ਕਹਿੰਦੇ ਮੈਂ ਨਹੀਂ ਮੰਨਦਾ। ਤੂੰ ਕੌਣ ਵਿੱਚ? ਸੋ ਮੈਂ ਤਾਂ ਗੁਰੂ ਦੇ ਮੁਖ ਤੋਂ ਜੋ ਸਾਹਮਣੇ ਸੁਣਾਂਗਾ ਉਹੀ ਕਰਾਂਗਾ, ਜਾਂ ਸੰਤ ਮਹਾਤਮਾ ਦਾ ਬਚਨ ਮੰਨਣ ਨੂੰ ਤਾਂ ਤਿਆਰ ਹੈ,
ਔਰ ਜੋ ਸੰਤ ਮਹਾਤਮਾ ਦੀ ਸੇਵਾ 'ਚ ਲੱਗੇ ਗੁਰਮੁਖ, ਉਹਨਾਂ ਦਾ ਵਚਨ ਮੰਨਣ ਨੂੰ ਤਿਆਰ ਨਹੀਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਅਸੀਂ ਆਪ ਜੀ ਦੇ ਜੋ ਸੇਵਕ ਸੰਤ ਮਹਾਤਮਾ ਹਨ, ਅਸੀਂ ਉਹਨਾਂ ਦੇ ਦਾਸ ਹਾਂ। ਉਹਨਾਂ ਦੇ ਦਾਸਾਂ ਦੇ ਵੀ ਅੱਗੇ ਦਾਸ ਦਸਾਉਂਦੇ ਹਾਂ, ਜੋ ਸਤਿਗੁਰੂ ਜੀ ਦੇ ਗੁਲ ਗੋਲੇ, ਜੋ ਸੇਵਕਾਂ ਦੇ ਸੇਵਕ ਹਨ। ਇਸ ਪ੍ਰਕਾਰ ਨਿਮਰਤਾ ਧਾਰ ਕੇ ਆਪ ਜੀ ਦੀ ਸ਼ਰਨ ਪਏ ਹਾਂ। ਸ਼ਰਨ ਪਏ ਦੀ ਆਪ ਜੀ ਲਾਜ ਰੱਖਣ ਵਾਲੇ ਹੋ। ਇੱਥੋਂ ਤੱਕ ਚੌਥੇ ਪਾਤਸ਼ਾਹ ਜੀ ਦੇ ਪਾਵਨ ਸ਼ਲੋਕ ਸੰਪੂਰਨ ਹੋਏ ਹਨ। ਇਹਨਾਂ ਦੀ ਕਥਾ ਕੱਲ੍ਹ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹੱਲੇ ਪੰਜਵੇਂ ਦੇ ਜੋ ਸ਼ਲੋਕ ਹਨ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੋ ਸ਼ਲੋਕ ਹਨ, ਤਿੰਨਾਂ ਦੀ ਕਥਾ ਪ੍ਰਾਰੰਭ ਹੋਵੇਗੀ। ਗੁਰੂ ਕੇ ਪ੍ਰੇਮੀਓ, ਇਸ ਕਥਾ ਦਾ ਭੋਗ ਸੋ ਮਹਾਂਪੁਰਖਾਂ ਦੇ ਇਹ ਜੋ ਪਾਵਨ ਸਥਾਨਾਂ 'ਤੇ ਸਾਲਾਨਾ ਜੋੜ ਮੇਲਾ ਕੀਤਾ ਜਾਂਦਾ ਹੈ, ਮਨਾਇਆ ਜਾਂਦਾ ਹੈ। ਸਮਾਗਮ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਉਪਰੰਤ ਕਥਾ ਦੇ ਭੋਗ ਪਾਏ ਜਾਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਜਿੱਥੇ ਕਿਤੇ ਵੀ ਗੁਰੂ ਕੇ ਪ੍ਰੇਮੀ ਗੁਰਮੁਖ ਜਨ ਇਹ ਕਥਾ ਸਰਵਣ ਕਰ ਰਹੇ ਹਨ, ਸੋ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ, ਸੋ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਤਨ ਮਨ ਧਨ ਨਾਲ ਸੇਵਾ ਕਰਕੇ ਔਰ ਇਹ ਕਥਾ ਦੇ ਭੋਗ ਸਰਵਣ ਕਰਕੇ ਆਪ ਜੀ ਲਾਹ ਕੱਟਣੇ, ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਮੂਰਖਾਂ ਨੂੰ ਵੀ ਆਪ ਜੀ ਸ੍ਰੇਸ਼ਟ ਮੱਤ ਬਖਸ਼ਿਸ਼ ਕਰਕੇ ਆਪਣੀ ਸੋ ਨਾਮ ਦੀ ਦਾਤ ਬਖਸ਼ਣੀ, ਆਪਣੀ ਸੇਵਾ ਜੋ ਹੈ ਚੜ੍ਹਦੀ ਕਲਾ ਦੇ ਨਾਲ ਕਰਨ ਦਾ ਬਲ ਉਦਮ ਬਖਸ਼ਣਾ। ਕਿਉਂਕਿ ਸਤਿਗੁਰੂ ਜੀ ਦੀ ਸੇਵਾ ਨਿਰਮਲੀ ਹੈ, ਸਤਿਗੁਰੂ ਜੀ ਦੀ ਸੇਵਾ ਉੱਚੀ ਹੈ। ਉੱਚੀ ਭਾਵਨਾ ਵਾਲੇ ਨਿਰਮਲ ਜਨ ਕਰ ਸਕਦੇ ਆ। ਅਸੀਂ ਪਾਪਾਂ ਦੇ ਭਰੇ, ਮੈਲ ਦੇ ਭਰੇ ਹਾਂ, ਔਗਣਾਂ ਦੇ ਭਰੇ ਹਾਂ। ਸਤਿਗੁਰੂ ਆਪ ਹੀ ਆਪਣੇ ਚਰਨੀ ਲਾ ਕੇ ਆਪਣੀ ਇਹ ਉੱਚੀ ਸੁੱਚੀ ਸੇਵਾ ਆਪ ਹੀ ਲੈ ਲੈਣ। ਆਓ ਦੋ ਪੰਕਤੀਆਂ ਪੜ੍ਹ ਕਰਕੇ ਫਤਿਹ ਬੁਲਾਈਏ ਜੀ। ਗੁਰ ਸਤਿਗੁਰ ਨਾਮ ਦਿੜਾਇਆ, ਮਨ ਅਨੰਤ ਨ ਕਾਹੂ ਡੋਲੇ। ਜਨ ਨਾਨਕ ਹਰਿ ਕਾ ਦਾਸ ਹੈ, ਗੁਰ ਸਤਿਗੁਰ ਕੇ ਗੁਲ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ